खेती संबंधी 3 काले कानूनों ਨੂੰ ਵਾਪਸ ਕਰਵਾਉਣ ਦੇ ਲਈ 700 ਤੋਂ ਜ਼ਿਆਦਾ ਕਿਸਾਨਾਂ ਨੇ ਸ਼ਹਾਦਤ ਦਿੱਤੀ ਤਾਂ ਜਾ ਕੇ ਸਰਕਾਰ ਨੇ ਇਹ 3 ਕਾਲੇ ਕਾਨੂੰਨ ਵਾਪਸ ਕੀਤੇ ਨੇ। ਪਰ ਹੁਣ ਪਤਾ ਚੱਲਿਆ ਕਿ ਮੋਦੀ ਸਰਕਾਰ ਨੂੰ ਇਹ ਪੁੱਠਾ ਆਈਡੀਆ ਅਮਰੀਕਾ ਦੇ ਵਿੱਚ ਬੈਠੇ ਇੱਕ ਐਨਆਰਆਈ ਵੱਲੋਂ ਦਿੱਤਾ ਗਿਆ ਸੀ, ਜਿਸ ਦਾ ਖੇਤੀ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ, ਪਰ ਖੇਤੀ ਅਤੇ ਜ਼ਮੀਨ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦਾ ਆਈਡੀਆ ਕਾਰਪੋਰੇਟ ਘਰਾਣਿਆਂ ਨੂੰ ਕਾਫੀ ਪਸੰਦ ਆਇਆ, ਜਿਸ ਤੋਂ ਬਾਅਦ ਕਾਰਪੋਰੇਟ ਜਗਤ ਦੇ ਲੋਕ ਅਤੇ ਕੁਝ ਭਾਜਪਾ ਆਗੂ ਚੁੱਪ-ਚਪੀਤੇ ਇਸ ਆਈਡੀਏ ਨੂੰ ਕਾਨੂੰਨ ਬਣਾ ਕੇ ਲਾਗੂ ਕਰਨ ਦੀ योजना तैयार करन लगे। सो आओ तुहानू भी किसानां दी जमीन हड़पन दा आइडिया लियाण वाले शख्स बारे दसदे हैं अते इस नूं लागू करन दे लई अंदर खाते की कुछ होया, इस नूं जाण के तुहाडे भी होश उड़ जाणगे। देखो ये खास रिपोर्ट। केंद्र सरकार ਵੱਲੋਂ ਲਿਆਂਦੇ ਗਏ खेती संबंधी 3 काले कानूनों ਨੂੰ वापस करवाਉਣ ਦੇ ਲਈ ਕਿਸਾਨਾਂ ਨੂੰ ਲੰਮੇ ਸਮੇਂ ਤੱਕ ਅੰਦੋਲਨ ਕਰਨਾ ਪਿਆ, जिस दौरान 700 ਤੋਂ ਜ਼ਿਆਦਾ ਕਿਸਾਨਾਂ ਦੀ ਸ਼ਹਾਦਤ ਹੋਈ। ਪਰ ਹੁਣ ਦੇਸ਼ ਦੇ ਸਮੁੱਚੇ ਕਿਸਾਨ ਇਸ ਸ਼ਖਸ ਦੀ ਤਸਵੀਰ ਨੂੰ ਧਿਆਨ ਨਾਲ ਦੇਖ ਲੈਣ, ਕਿਉਂਕਿ ਇਹੀ ਉਹ ਸ਼ਖਸ ਹੈ ਜਿਸ ਵੱਲੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਅਸਿੱਧੇ ਤੌਰ ਦੇ ਉੱਤੇ ਕਾਰਪੋਰੇਟਾਂ ਦੇ ਹਵਾਲੇ ਕਰਨ ਦਾ ਆਈਡੀਆ ਦਿੱਤਾ ਗਿਆ ਸੀ। ਇਸ ਸ਼ਖਸ ਦਾ ਨਾਮ ਹੈ ਸ਼ਰਦ ਮਰਾਠੇ, ਜੋ ਕਿ ਅਮਰੀਕਾ ਦੇ ਵਿੱਚ ਇੱਕ ਸੌਫਟਵੇਅਰ ਕੰਪਨੀ ਚਲਾਉਣ ਵਾਲਾ ਕਾਰੋਬਾਰੀ ਹੈ ਅਤੇ ਇਸ ਦਾ ਖੇਤੀਬਾੜੀ ਦੇ ਨਾਲ ਕੋਈ ਵੀ ਵਾਸਤਾ ਨਹੀਂ ਹੈ। ਇਹ ਖੁਲਾਸਾ ਦਾ ਰਿਪੋਰਟਰਸ ਕਲੈਕਟਿਵ ਦੀ ਇੱਕ ਰਿਪੋਰਟ ਦੇ ਵਿੱਚ ਹੋਇਆ, ਜਿਸ ਨੂੰ ਸੀਨੀਅਰ ਪੱਤਰਕਾਰ ਸ਼੍ਰੀ ਗਰੀਸ਼ ਜਲੀਹਾਲ ਵੱਲੋਂ ਹਾਸਲ ਕੀਤੇ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਤਿਆਰ ਕੀਤਾ ਗਿਆ। ਰਿਪੋਰਟ ਦੇ ਮੁਤਾਬਕ ਅਮਰੀਕਾ ਦੇ ਵਿੱਚ ਰਹਿੰਦੇ ਐਨਆਰਆਈ ਸ਼ਰਦ ਮਰਾਠੇ ਦੇ ਇੱਕ ਪ੍ਰਸਤਾਵ ਨੇ ਇਹ ਸਾਰਾ ਪੰਗਾ ਸਹਿੜਿਆ ਸੀ, ਜਿਸ ਨੇ ਇਸ ਨੂੰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਤਰੀਕੇ ਵਜੋਂ ਪੇਸ਼ ਕੀਤਾ ਅਤੇ ਉਸ ਨੇ ਆਪਣੇ ਪ੍ਰਸਤਾਵ ਦੇ ਨਾਲ ਨੀਤੀ ਕਮਿਸ਼ਨ ਨੂੰ ਝੁਕਾ ਲਿਆ। ਰਿਪੋਰਟ ਦੇ ਮੁਤਾਬਕ ਨੀਤੀ ਕਮਿਸ਼ਨ ਨੇ ਕਾਰੋਬਾਰੀ ਦੇ इस आइडिया ਨੂੰ ਉਤਸੁਕਤਾ ਦੇ ਨਾਲ ਅੱਗੇ ਵਧਾਇਆ। ज्ञात रहे, मैंने आपको जैसे कहा कि सरकार, भारत सरकार एक ऑफिशियल कमेटी बना चुकी थी अशोक डलवई जी के अध्यक्षता में, मगर जब वो कमेटी काम कर रही थी उसके साथ साथ ये टास्क फोर्स गठित करने की बात शरद मराठे, कौन है शरद मराठे, उनका कृषि क्षेत्र से कुछ लेना देना नहीं। इस आइडिया के मुताबिक किसान कारपोरेट कंपनियां नूं अपनी जमीन पट्टे दे उत्ते दिंदे ने अते फिर उन्हां दे सहयोग वजों काम करदे ने। नीति कमीशन ने शरद मराठे नूं टास्क फोर्स दे विच नियुक्त कीता, जिस ने अडानी समूह, पतंजलि, बिग बास्केट, महिंद्रा समूह ਅਤੇ ITC ਵਰਗੇ ਖੇਤੀ ਉਤਪਾਦਾਂ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਵੱਡੀ ਕੰਪਨੀਆਂ ਦੇ ਨਾਲ ਸਲਾਹ ਮਸ਼ਵਰਾ ਕੀਤਾ। ਪਰ ਸਾਲ 2018 ਦੇ ਵਿੱਚ ਸਰਕਾਰ ਨੂੰ ਰਿਪੋਰਟ ਸੌਂਪਣ ਤੋਂ ਪਹਿਲਾਂ ਕਿਸੇ ਵੀ ਕਿਸਾਨ ਅਰਥ ਸ਼ਾਸਤਰੀ ਜਾਂ ਫਿਰ ਕਿਸਾਨ ਸੰਗਠਨਾਂ ਤੋਂ ਕੋਈ ਵੀ ਸਲਾਹ ਨਹੀਂ ਲਈ ਗਈ। ਇਸ ਦਾ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਲਪਨਾ ਅਨੁਸਾਰ ਖੇਤੀ ਦੇ ਉੱਤੇ ਨਿਰਭਰ ਲਗਭਗ 60% ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਸੀ, ਪਰ ਇਹ ਰਿਪੋਰਟ ਅਜੇ ਤੱਕ ਜਨਤਕ ਨਹੀਂ ਕੀਤੀ ਗਈ। ਇਸ ਰਿਪੋਰਟ ਦੇ ਮੁਤਾਬਕ ਪਤਾ ਚੱਲਦਾ ਹੈ ਕਿ ਸਰਕਾਰ ਅਸਲ ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਯੋਜਨਾ ਬਣਾ ਰਹੀ ਸੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਦੌਰਾਨ ਖੇਤੀ ਦੇ ਵਿੱਚ ਕੋਈ ਤਜਰਬਾ ਨਾ ਰੱਖਣ ਵਾਲੇ ਕਿਸੇ ਵਿਅਕਤੀ ਦਾ ਪ੍ਰਸਤਾਵ ਪ੍ਰਧਾਨ ਮੰਤਰੀ ਦਫ਼ਤਰ ਤੱਕ ਆਖਰ ਕਿਵੇਂ ਪਹੁੰਚ ਗਿਆ। ਇਹ ਦੇਸ਼ ਦੇ ਸਭ ਤੋਂ ਮਹੱਤਵਪੂਰਨ ਖੇਤਰਾਂ ਦੇ ਵਿੱਚੋਂ ਇੱਕ ਖੇਤੀਬਾੜੀ ਵਿਭਾਗ ਦੇ ਵਿੱਚ ਸਰਕਾਰ ਦੀ ਲਾਪਰਵਾਹੀ ਨੂੰ ਉਜਾਗਰ ਕਰਦਾ ਹੈ। दरअसल ये सिलसिला अक्तूबर 2017 ਦੇ ਵਿੱਚ ਸ਼ਰਦ ਮਰਾਠੇ ਦੀ ਇੱਕ ਚਿੱਠੀ ਤੋਂ ਸ਼ੁਰੂ ਹੋਇਆ ਸੀ, ਜੋ ਕਿ ਉਸਨੇ ਨੀਤੀ ਕਮਿਸ਼ਨ ਦੇ ਤਤਕਾਲੀਨ ਉਪ ਪ੍ਰਧਾਨ ਰਾਜੀਵ ਕੁਮਾਰ ਨੂੰ ਲਿਖੀ ਸੀ। ਇਸ ਚਿੱਠੀ ਦੇ ਵਿੱਚ ਖੇਤੀ ਦੇ ਵਿੱਚ ਸੁਧਾਰ ਦੇ ਲਈ ਇੱਕ ਯੋਜਨਾ ਦੀ ਰੂਪਰੇਖਾ ਤਿਆਰ ਕੀਤੀ ਗਈ ਸੀ। ਮਰਾਠੇ ਅਤੇ ਰਾਜੀਵ ਕੁਮਾਰ ਇੱਕ ਦੂਜੇ ਨੂੰ ਜਾਣਦੇ ਸੀ, ਇਸ ਕਰਕੇ ਨੀਤੀ ਕਮਿਸ਼ਨ ਵਰਗੇ ਸਰਕਾਰੀ ਸੰਗਠਨਾਂ ਦੇ ਵਿੱਚ ਆਉਣ ਵਾਲੇ ਹਜ਼ਾਰਾਂ ਵਿਚਾਰਾਂ ਅਤੇ ਪੱਤਰਾਂ ਦੇ ਵਿੱਚੋਂ ਉਸ ਦੀ ਚਿੱਠੀ ਨੂੰ ਚੁਣਿਆ ਗਿਆ। ਪਰ ਸਭ ਤੋਂ ਮਹੱਤਵਪੂਰਨ ਹੈ ਸ਼ਰਦ ਮਰਾਠੇ ਦੀ ਭਾਜਪਾ ਦੇ ਨਾਲ ਨੇੜਤਾ।
ਉਸਨੇ ਭਾਜਪਾ ਦੇ ਵਿਦੇਸ਼ੀ ਮਿੱਤਰ ਇਕਾਈ ਦੇ ਮੁਖੀ ਦੇ ਨਾਲ ਆਪਣੀ ਦੋਸਤੀ ਦਾ ਦਾਅਵਾ ਕੀਤਾ ਸੀ। ਸੱਤਾਧਾਰੀ ਸਰਕਾਰ ਦੇ ਨਾਲ ਸ਼ਰਦ ਮਰਾਠੇ ਦੇ ਸਬੰਧ ਇੰਨੇ ਡੂੰਘੇ ਨੇ ਕਿ ਉਹਨਾਂ ਨੂੰ ਸਤੰਬਰ 2019 ਦੇ ਵਿੱਚ ਭਾਰਤ ਦੀ ਉੱਚ ਗ੍ਰਾਮੀਣ ਬੈਂਕ ਇਕਾਈ ਨੈਸ਼ਨਲ ਬੈਂਕ ਆਫ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਦੇ ਵਿੱਚ ਸਪੇਨ ਦੀ ਰਾਜਕੁਮਾਰੀ ਦੇ ਨਾਲ ਮਿਲਣ ਵਾਲੇ ਸਰਕਾਰੀ ਵਫਦ ਦੇ ਵਿੱਚ ਜਗ੍ਹਾ ਦਿੱਤੀ ਗਈ। ਅਮਰੀਕਾ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਮਾਸਟਰ ਡਿਗਰੀ ਕਰਨ ਵਾਲੇ ਮਕੈਨੀਕਲ ਇੰਜੀਨੀਅਰ ਮਰਾਠੇ ਅਮਰੀਕਾ ਦੇ ਵਿੱਚ ਯੂਨੀਵਰਸਲ ਟੈਕਨੀਕਲ ਸਿਸਟਮਜ਼ ਇੱਕ ਨਾਂ ਦੀ ਇੱਕ ਸੌਫਟਵੇਅਰ ਕੰਪਨੀ ਚਲਾਉਂਦੇ ਨੇ, ਜਦਕਿ ਭਾਰਤ ਦੇ ਵਿੱਚ ਵੀ ਉਹਨਾਂ ਦੀ ਯੂਨੀਵਰਸਲ ਟੈਕਨੀਕਲ ਸਿਸਟਮ ਇੰਡੀਆ ਪ੍ਰਾਈਵੇਟ ਲਿਮਟਿਡ ਨਾਂ ਦੀ ਇੱਕ ਕੰਪਨੀ ਮੌਜੂਦ ਹੈ। ਰਿਪੋਰਟ ਦੇ ਮੁਤਾਬਕ ਸ਼ਰਦ ਮਰਾਠੇ 60 ਦੇ ਦਹਾਕੇ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ। ਦਸਤਾਵੇਜ਼ਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਸ਼ਰਦ ਮਰਾਠੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਸ਼ਾਸਨ ਦੌਰਾਨ ਭਾਰਤ ਦੇ ਵਿੱਚ ਸੌਫਟਵੇਅਰ ਪਾਰਕ ਸਥਾਪਿਤ ਕਰਨ ਦਾ ਸੁਝਾਅ ਦੇਣ ਵਾਲਿਆਂ ਦੇ ਵਿੱਚ ਵੀ ਸ਼ਾਮਲ ਸੀ। ਸਾਲ 2016 ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਕਿਸਾਨ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਆਪਣੇ ਸੁਪਨੇ ਸੰਬੰਧੀ ਗੱਲ ਕੀਤੀ ਸੀ, ਜਿਸ ਨੂੰ ਪੂਰਾ ਕਰਨ ਦੇ ਲਈ ਵਿਚਾਰ ਮੰਗੇ ਜਾ ਰਹੇ ਸਨ। और हमने तय किया कि 2022 तक देश के किसानों की आय 2 गुना करने का लक्ष्य लेकर के आगे बढ़ना है। ਬਸ ਇੱਥੋਂ ਹੀ ਸ਼ਰਦ ਮਰਾਠੇ ਨੂੰ ਆਈਡੀਆ ਮਿਲ ਗਿਆ, ਜਿਸ ਦੇ ਉੱਤੇ ਉਸਨੇ ਤੁਰੰਤ ਆਪਣਾ ਕੰਮ ਸ਼ੁਰੂ ਕਰ ਦਿੱਤਾ। ਮਰਾਠੇ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕੋਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਇੱਕ ਵਧੀਆ ਤਰੀਕਾ ਹੈ, ਜਿਸ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਉਣਾ ਚਾਹੀਦਾ ਹੈ। ਉਸ ਦਾ ਕਹਿਣਾ ਸੀ ਕਿ ਕਿਸਾਨਾਂ ਤੋਂ ਪੱਟੇ ਦੇ ਉੱਤੇ ਲਈ ਗਈ ਜ਼ਮੀਨ ਨੂੰ ਇਕੱਠੀ ਜੋੜਿਆ ਜਾਵੇ, ਸਰਕਾਰੀ ਮਦਦ ਦੇ ਨਾਲ ਇੱਕ ਵੱਡੀ ਕੰਪਨੀ ਬਣਾਈ ਜਾਵੇ ਅਤੇ ਪ੍ਰੋਸੈਸਿੰਗ ਅਤੇ ਖੇਤੀ ਦੇ ਲਈ ਛੋਟੀਆਂ ਕੰਪਨੀਆਂ ਬਣਾਈਆਂ ਜਾਣ, ਜੋ ਕਿ ਮਿਲ ਕੇ ਖੇਤੀ ਉਤਪਾਦ ਬਣਾਉਣ ਅਤੇ ਵੇਚਣ ਦਾ ਕੰਮ ਕਰਨ। ਉਸ ਦਾ ਕਹਿਣਾ ਹੈ ਕਿ ਜੋ ਕਿਸਾਨ ਆਪਣੀ ਜ਼ਮੀਨ ਪੱਟੇ ਦੇ ਉੱਤੇ ਦੇਣਗੇ, ਉਹ ਵੀ ਇਸ ਦਾ ਹਿੱਸਾ ਬਣ ਸਕਦੇ ਨੇ ਅਤੇ ਲਾਭ ਦਾ ਹਿੱਸਾ ਪ੍ਰਾਪਤ ਕਰ ਸਕਦੇ ਨੇ। ਇਸ ਦੇ ਨਾਲ ਉਹਨਾਂ ਨੂੰ ਜ਼ਿਆਦਾ ਪੈਸਾ ਕਮਾਉਣ ਦੇ ਵਿੱਚ ਮਦਦ ਮਿਲੇਗੀ ਅਤੇ ਖੇਤੀ ਬਿਹਤਰ ਹੋਏਗੀ। ਇਸ ਦੇ ਨਾਲ ਹੀ ਸ਼ਰਦ ਮਰਾਠੇ ਨੇ ਇਸ ਕੰਮ ਦੀ ਨਿਗਰਾਨੀ ਦੇ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਗਠਿਤ ਕਰਨ ਦੀ ਸਿਫਾਰਿਸ਼ ਵੀ ਕੀਤੀ ਅਤੇ 11 ਲੋਕਾਂ ਦੀ ਸੂਚੀ ਬਣਾਈ ਗਈ, ਜਿਸ ਦੇ ਵਿੱਚ ਖੁਦ ਦੇ ਨਾਲ-ਨਾਲ ਤਤਕਾਲੀਨ ਖੇਤੀ ਰਾਜ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਵੀ ਸ਼ਾਮਲ ਕੀਤਾ ਗਿਆ। ਉਂਝ ਇਹ ਇਕਲੌਤਾ ਕਾਰਜਬਲ ਨਹੀਂ ਸੀ ਜਿਸ ਦੇ ਵਿੱਚ ਮਰਾਠੇ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਸ ਨੂੰ ਸਾਲ 2018 ਦੇ ਵਿੱਚ ਰਵਾਇਤੀ ਮੈਡੀਕਲ ਖੇਤਰ ਨੂੰ ਬੜਾਵਾ ਦੇਣ ਦੇ ਲਈ ਆਯੂਸ਼ ਮੰਤਰਾਲੇ ਦੀ ਟਾਸਕ ਫੋਰਸ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਸੀ। ਇਹ ਇੱਕ ਅਜਿਹਾ ਦੂਜਾ ਕੰਮ ਸੀ ਜੋ ਕਿ ਉਹਨਾਂ ਦੀ ਮੁਹਾਰਤ ਦੇ ਨਾਲ ਮੇਲ ਨਹੀਂ ਖਾਂਦਾ ਸੀ, ਪਰ ਨੀਤੀ ਕਮਿਸ਼ਨ ਨੇ ਸ਼ਰਦ ਮਰਾਠੇ ਦੀਆਂ ਯੋਜਨਾਵਾਂ ਦਾ ਲਗਨ ਦੇ ਨਾਲ ਪਾਲਣ ਕੀਤਾ। ਕੁਝ ਦਿਨਾਂ ਦੇ ਵਿੱਚ ਨੀਤੀ ਕਮਿਸ਼ਨ ਨੇ ਫੈਸਲਾ ਕੀਤਾ ਕਿ ਮਰਾਠੇ ਦੇ ਕਨਸੈਪਟ ਨੋਟ ਦੇ ਉੱਤੇ ਇੱਕ ਉੱਚ ਪੱਧਰੀ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਵੇ। ਉਂਝ ਇਸ ਨੋਟ ਦੇ ਉੱਤੇ ਪਰਦੇ ਦੇ ਪਿੱਛੇ ਪਹਿਲਾਂ ਹੀ ਚਰਚਾ ਹੋ ਚੁੱਕੀ ਸੀ। ਜਨਵਰੀ 2018 ਤੱਕ 3 ਮਹੀਨੇ ਦੇ ਅੰਦਰ ਮਰਾਠੇ ਨੇ ਪਹਿਲੀ ਵਾਰ ਆਪਣੀ ਮੌਸੂਦਾ ਯੋਜਨਾ ਭੇਜੀ। ਨੀਤੀ ਕਮਿਸ਼ਨ ਨੇ ਅਧਿਕਾਰਕ ਤੌਰ ਦੇ ਉੱਤੇ ਟਾਸਕ ਫੋਰਸ ਦਾ ਗਠਨ ਕੀਤਾ। ਨੀਤੀ ਕਮਿਸ਼ਨ ਦਾ ਰਿਕਾਰਡ ਇਹ ਨਹੀਂ ਦਿਖਾਉਂਦਾ ਕਿ ਮਰਾਠੇ ਦੇ ਕਹਿਣ ਦੇ ਉੱਤੇ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਗੁਪਤ ਤਰੀਕੇ ਦੇ ਨਾਲ ਕਿਉਂ ਕੀਤਾ ਗਿਆ, ਜਦਕਿ ਸਰਕਾਰ ਨੇ ਪਹਿਲਾਂ ਹੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਤਰੀਕਿਆਂ ਦੇ ਉੱਤੇ ਇੱਕ ਵਿਸ਼ਾਲ ਅਧਿਕਾਰਕ ਅੰਤਰ ਮੰਤਰਾਲੀ ਕਮੇਟੀ ਦਾ ਗਠਨ ਕਰ ਦਿੱਤਾ ਸੀ। 1 ਸਾਲ ਅਤੇ 4 ਮਹੀਨੇ ਬਾਅਦ ਕਮੇਟੀ ਨੇ 14 ਭਾਗਾਂ ਦੇ ਵਿੱਚ ਇੱਕ ਰਿਪੋਰਟ ਪੇਸ਼ ਕੀਤੀ। 3000 ਤੋਂ ਜ਼ਿਆਦਾ ਪੰਨਿਆਂ ਦੀ ਇਸ ਰਿਪੋਰਟ ਨੂੰ ਕਈ ਲੋਕਾਂ ਨੇ ਪਹਿਲੀ ਵਾਰ ਦੇ ਵਿੱਚ ਨਹੀਂ ਪੜ੍ਹਿਆ ਹੋਵੇਗਾ, ਪਰ ਫਿਰ ਵੀ ਇਸ ਨੂੰ ਜਨਤਕ ਕਰ ਦਿੱਤਾ ਗਿਆ। ਦਰਅਸਲ ਜਿਸ ਮਹੀਨੇ ਸ਼ਰਦ ਮਰਾਠੇ ਦੀ ਟਾਸਕ ਫੋਰਸ ਬਣਾਈ ਗਈ ਸੀ, ਇਸ ਅਧਿਕਾਰਕ ਕਮੇਟੀ ਨੇ ਆਪਣੀ ਰਿਪੋਰਟ ਦਾ 13ਵਾਂ ਅਤੇ ਆਖਰੀ ਭਾਗ ਪੇਸ਼ ਕੀਤਾ ਸੀ। ਅਸਲ ਦੇ ਵਿੱਚ ਕਮੇਟੀ ਨੇ ਮਰਾਠੇ ਦੇ ਪ੍ਰਸਤਾਵ ਦੀ ਤਰਜ਼ ਦੇ ਉੱਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਈ ਕਾਰੋਬਾਰੀ ਮਾਡਲ ਤਿਆਰ ਕਰਨ ਦੇ ਲਈ ਸਮਰਪਿਤ ਇੱਕ ਟਾਸਕ ਫੋਰਸ ਦਾ ਸੱਦਾ ਦਿੱਤਾ, ਪਰ ਨੀਤੀ ਕਮਿਸ਼ਨ ਦੀ ਟਾਸਕ ਫੋਰਸ ਹੁਣ ਪੂਰੇ ਜੋਸ਼ ਦੇ ਵਿੱਚ ਸੀ। ਇਸ ਮਗਰੋਂ ਸ਼ਰਦ ਮਰਾਠੇ ਨੇ ਕੰਮ ਦੀ ਥਾਂ ਅਤੇ ਡੈਸਕਟਾਪ ਤੋਂ ਲੈ ਕੇ ਯਾਤਰਾ ਭੱਤਾ ਤੱਕ ਆਪਣੇ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਮੰਗੀਆਂ, ਜਿਨ੍ਹਾਂ ਨੂੰ ਨੀਤੀ ਕਮਿਸ਼ਨ ਨੇ ਤੁਰੰਤ ਮਨਜ਼ੂਰੀ ਦੇ ਦਿੱਤੀ। ਦਰਅਸਲ ਅੰਤਰ ਮੰਤਰਾਲੀ ਕਮੇਟੀ ਸਭ ਦੇ ਸਲਾਹ ਮਸ਼ਵਰੇ ਦੇ ਨਾਲ ਚੱਲ ਰਹੀ ਸੀ, ਜਿਸ ਦੇ ਵਿੱਚ ਖੇਤੀ ਮਾਹਰ ਵੀ ਸ਼ਾਮਲ ਸਨ।
ਪਰ ਇਸ ਦੇ ਉਲਟ ਮਰਾਠੇ ਟਾਸਕ ਫੋਰਸ ਨੇ ਮੁੱਖ ਰੂਪ ਦੇ ਨਾਲ ਵੱਡੇ ਕਾਰਪੋਰੇਟ ਘਰਾਣਿਆਂ ਦੇ ਲਈ ਇੱਕ ਮੰਚ ਦੇ ਰੂਪ ਦੇ ਵਿੱਚ ਕੰਮ ਕੀਤਾ। ਜਿਵੇਂ ਹੀ ਕੇਂਦਰ ਸਰਕਾਰ ਨੇ ਖੇਤੀ ਦੇ ਵਿੱਚ ਕਾਰਪੋਰੇਟ ਕੰਪਨੀਆਂ ਨੂੰ ਇਜਾਜ਼ਤ ਦੇਣ ਅਤੇ ਖੇਤੀ ਬਾਜ਼ਾਰਾਂ ਨੂੰ ਕੰਟਰੋਲ ਮੁਕਤ ਕਰਨ ਦੇ ਉਦੇਸ਼ ਦੇ ਨਾਲ 3 ਵਿਵਾਦਤ ਕਾਲੇ ਕਾਨੂੰਨ ਲਿਆਂਦੇ ਤਾਂ ਮੋਦੀ ਸਰਕਾਰ ਨੂੰ ਲੰਮੇ ਸਮੇਂ ਤੱਕ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਆ ਕੇ ਬੈਠ ਗਏ। ਇਸ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਅਤੇ ਆਖਰਕਾਰ ਮੋਦੀ ਸਰਕਾਰ ਨੂੰ ਇਹ 3 ਕਾਲੇ ਕਾਨੂੰਨ ਇਹ ਕਹਿ ਕੇ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਕਿ ਸ਼ਾਇਦ ਉਹਨਾਂ ਕੋਲੋਂ ਕੋਈ ਕਮੀ ਰਹਿ ਗਈ ਹੈ, ਜਿਸ ਕਰਕੇ ਇਹ ਤਿੰਨੇ ਖੇਤੀ ਕਾਨੂੰਨ ਵਾਪਸ ਲਏ ਜਾਂਦੇ ਨੇ। मैं आज देशवासियों से क्षमा मांगते हुए सच्चे मन से और पवित्र हृदय से कहना चाहता हूं कि शायद हमारी तपस्या में ही कोई कमी रही होगी, जिसके कारण दिए के प्रकाश जैसा सत्य कुछ किसान भाइयों को हम समझा नहीं पाए। ਖੈਰ ਦ ਰਿਪੋਰਟਰਸ ਕਲੈਕਟਿਵ ਵੱਲੋਂ ਉਜਾਗਰ ਕੀਤੀ ਇਸ ਰਿਪੋਰਟ ਨੂੰ ਭਾਵੇਂ ਅੱਜ ਕਈ ਦਿਨ ਬੀਤ ਚੁੱਕੇ ਨੇ, ਪਰ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਇਸ ਦੇ ਉੱਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਸੋ ਦੇਖਣਾ ਹੋਏਗਾ ਕਿ ਇਸ ਰਿਪੋਰਟ ਦੇ ਉੱਤੇ ਕੇਂਦਰ ਸਰਕਾਰ ਕੀ ਜਵਾਬ ਦੇਵੇਗੀ। ਬਿਊਰੋ ਰਿਪੋਰਟ ਹਮਦਰਦ ਟੀਵੀ।